ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਤੁਹਾਡੇ ਨਾਲ ਜਸਮੀਤ। ਪੀਐਫ ਜਮ੍ਹਾਂ ਕਰਵਾਉਣ ਵਾਲੇ ਮੁਲਾਜ਼ਮਾਂ ਦੇ ਲਈ ਬਹੁਤ ਬੁਰੀ ਖਬਰ ਹੈ। ਇਹ ਖਬਰ ਸੁਣ ਕੇ ਤੁਸੀਂ ਪਰੇਸ਼ਾਨ ਹੋਵੋਗੇ, ਖਾਸ ਕਰਕੇ ਉਹ ਲੋਕ ਜੋ ਪ੍ਰੋਵੀਡੈਂਟ ਫੰਡ ਜਮ੍ਹਾਂ ਕਰਵਾਉਂਦੇ ਨੇ। 6 ਕਰੋੜ ਲੋਕਾਂ ਦੇ ਲਈ ਮਾੜੀ ਖਬਰ ਹੈ, ਕਿਉਂਕਿ ਈਪੀਐਫਓ ਦੇ ਵੱਲੋਂ ਤੁਹਾਡੇ ਪੈਸੇ ਕੱਟਣਗੇ। ਪੀਐਫ ਦੇ ਦਾਇਰੇ 'ਚ ਆਉਣ ਵਾਲੇ ਦੇਸ਼ ਦੇ ਕਰੀਬ 6 ਕਰੋੜ ਕਰਮਚਾਰੀਆਂ ਦੇ ਲਈ ਇਹ ਬੁਰੀ ਖਬਰ ਹੈ। EMPLOYEES ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ ਨੇ ਵਿੱਤੀ ਸਾਲ 2021-22 ਦੇ ਲਈ ਵਿਆਜ ਦਰਾਂ ਦੇ ਵਿੱਚ ਕਟੌਤੀ ਦਾ ਫੈਸਲਾ ਲਿਆ ਹੈ, ਯਾਨੀ ਕਿ ਹੁਣ ਪੀਐਫ ਅਕਾਊਂਟ ਦੇ ਵਿੱਚ ਜਮ੍ਹਾਂ ਰਾਸ਼ੀ ਤੇ 8.5% ਵਿਆਜ ਦੀ ਬਜਾਏ 8.1% ਵਿਆਜ ਦਰ ਮਿਲੇਗੀ। ਇਹ ਦਰ ਪਿਛਲੇ ਕਰੀਬ 40 ਸਾਲਾਂ ਵਿੱਚ ਸਭ ਤੋਂ ਘੱਟ ਦਰ ਹੈ। 1977-78 ਦੇ ਵਿੱਚ ਈਪੀਐਫਓ ਨੇ 8% ਵਿਆਜ ਦਿੱਤਾ ਸੀ। ਉਸ ਤੋਂ ਬਾਅਦ ਇਹ 8.25% ਜਾਂ ਉਸ ਤੋਂ ਵੱਧ ਰਹੀ ਹੈ। ਪਿਛਲੇ ਦੋ ਫਾਈਨੈਂਸ਼ੀਅਲ ਸਾਲਾਂ 2019-20 ਤੇ 2020-21 ਦੀ ਗੱਲ ਕਰੀਏ ਤਾਂ ਵਿਆਜ ਦਰ 8.50 ਰਹੀ ਹੈ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਈਪੀਐਫ ਤੇ ਕਿੰਨਾ ਵਿਆਜ ਮਿਲੇਗਾ। 1952 ਦੇ ਵਿੱਚ ਪੀਐਫ ਤੇ 3% ਵਿਆਜ ਦਰ ਦਿੱਤੇ ਜਾਣ ਦੀ ਸ਼ੁਰੂਆਤ ਹੋਈ ਸੀ। ਹਾਲਾਂਕਿ ਉਸ ਤੋਂ ਬਾਅਦ ਇਸ ਦੇ ਵਿੱਚ बढ़त ਹੋਈ। ਪਹਿਲੀ ਵਾਰ 1972 ਦੇ ਵਿੱਚ 6% ਦੇ ਉੱਪਰ ਪਹੁੰਚੀ ਸੀ। 1984 ਦੇ ਵਿੱਚ ਪਹਿਲੀ ਵਾਰ 10% ਤੋਂ ਉੱਪਰ ਪਹੁੰਚੀ। ਪੀਐਫ ਗਾਹਕਾਂ ਦੇ ਲਈ ਸਭ ਤੋਂ ਵਧੀਆ ਸਮਾਂ 1999 ਤੋਂ 1999 ਤੱਕ ਦਾ ਰਿਹਾ। ਇਸ ਦੌਰਾਨ ਪੀਐਫ ਤੇ 12% ਵਿਆਜ ਮਿਲਦਾ ਸੀ। ਇਸ ਤੋਂ ਬਾਅਦ ਵਿਆਜ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। 1999 ਤੋਂ ਬਾਅਦ ਵਿਆਜ ਦਰ ਕਦੇ ਵੀ 10% ਦੇ ਕਰੀਬ ਨਹੀਂ ਪਹੁੰਚੀ। ਹੁਣ ਤੱਕ ਸਭ ਤੋਂ ਵੱਧ ਵਿਆਜ ਦਰ ਜਿਹੜੀ 12% ਰਹੀ ਹੈ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਪੀਐਫ ਤੇ ਕਿੰਨਾ ਵਿਆਜ ਘੱਟ ਮਿਲੇਗਾ। ਈਪੀਐਫਓ ਐਕਟ ਦੇ ਤਹਿਤ ਕਰਮਚਾਰੀ ਨੂੰ ਬੇਸਿਕ ਸੈਲਰੀ ਪਲੱਸ ਡੀਏ ਦਾ 12% ਪੀਐਫ ਅਕਾਊਂਟ ਦੇ ਵਿੱਚ ਜਾਂਦਾ ਹੈ, ਤਾਂ ਉੱਥੇ ਕੰਪਨੀ ਕਰਮਚਾਰੀ ਦੀ ਬੇਸਿਕ ਸੈਲਰੀ ਪਲੱਸ ਡੀਏ ਦਾ 12% ਕੰਟਰੀਬਿਊਟ ਕਰਦੀ ਹੈ। ਕੰਪਨੀ ਨੇ 12% ਕੰਟਰੀਬਿਊਸ਼ਨ ਦੇ ਵਿੱਚੋਂ ਹੀ 3.67% ਕਰਮਚਾਰੀ ਦੇ ਪੀਐਫ ਅਕਾਊਂਟ ਦੇ ਵਿੱਚ ਜਾਂਦਾ ਹੈ ਤੇ ਬਾਕੀ 8.33% ਕਰਮਚਾਰੀ ਪੈਨਸ਼ਨ ਸਕੀਮ ਦੇ ਅਧੀਨ ਆਉਂਦਾ ਹੈ। ਅਜਿਹੇ ਦੇ ਵਿੱਚ ਮੰਨ ਲਓ ਕਿ ਤੁਹਾਡੇ ਪੀਐਫ ਅਕਾਊਂਟ ਦੇ ਵਿੱਚ 31 ਮਾਰਚ 2022 ਤੱਕ ਵਿੱਤੀ ਸਾਲ 2022-23 ਦੇ ਲਈ ਓਪਨਿੰਗ ਬੈਲੈਂਸ ਕੁੱਲ 5 ਲੱਖ ਰੁਪਏ ਜਮ੍ਹਾਂ ਨੇ, ਤਾਂ ਅਜਿਹੇ ਦੇ ਵਿੱਚ ਜੇਕਰ 8.5% ਦੀ ਵਿਆਜ ਦਰ ਮਿਲਦੀ ਹੈ ਤਾਂ ਤੁਹਾਨੂੰ 5 ਲੱਖ ਤੇ 42,500 ਰੁਪਏ ਵਿਆਜ ਦੇ ਰੂਪ ਦੇ ਵਿੱਚ ਮਿਲਦੇ ਨੇ। ਪਰ ਜੇਕਰ ਵਿਆਜ ਦਰ ਘਟ ਕੇ 8.10 ਕਰਨ ਦੇ ਬਾਵਜੂਦ ਵਿਆਜ ਦਰ ਘਟਾ ਦਿੱਤੀ ਜਾਂਦੀ ਹੈ ਤਾਂ ਤੁਹਾਨੂੰ 40,500 ਰੁਪਏ ਵਿਆਜ ਦਰ ਮਿਲੇਗਾ। ਹਾਲਾਂਕਿ ਇਹ ਸਿਰਫ ਐਗਜ਼ਾਮਪਲ ਹੈ, ਪਰ ਇਹ ਸਹੀ ਹੈ ਕਿ ਹੁਣ ਈਪੀਐਫਓ ਦੇ ਵੱਲੋਂ ਜਿਹੜੀ ਵਿਆਜ ਦਰ ਹੈ ਉਹ ਘਟਾਈ ਜਾਣੀ ਹੈ, ਭਾਵ ਤੁਹਾਨੂੰ ਵਿਆਜ ਆ ਜਿਹੜਾ ਪੀਐਫ ਤੇ ਉਹ ਘੱਟ ਮਿਲੇਗਾ। ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਤੁਹਾਡੇ ਨਾਲ ਜਸਮੀਤ। ਪੀਐਫ ਜਮ੍ਹਾਂ ਕਰਵਾਉਣ ਵਾਲੇ ਮੁਲਾਜ਼ਮਾਂ ਦੇ ਲਈ ਬਹੁਤ ਬੁਰੀ ਖਬਰ ਹੈ। ਇਹ ਖਬਰ ਸੁਣ ਕੇ ਤੁਸੀਂ ਪਰੇਸ਼ਾਨ ਹੋਵੋਗੇ, ਖਾਸ ਕਰਕੇ ਉਹ ਲੋਕ ਜੋ ਪ੍ਰੋਵੀਡੈਂਟ ਫੰਡ ਜਮ੍ਹਾਂ ਕਰਵਾਉਂਦੇ ਨੇ। 6 ਕਰੋੜ ਲੋਕਾਂ ਦੇ ਲਈ ਮਾੜੀ ਖਬਰ ਹੈ, ਕਿਉਂਕਿ ਈਪੀਐਫਓ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਤੁਹਾਡੇ ਪੈਸੇ ਕੱਟਣਗੇ। ਪੀਐਫ ਦੇ ਦਾਇਰੇ 'ਚ ਆਉਣ ਵਾਲੇ ਦੇਸ਼ ਦੇ ਕਰੀਬ 6 ਕਰੋੜ ਕਰਮਚਾਰੀਆਂ ਦੇ ਲਈ ਇਹ ਬੁਰੀ ਖਬਰ ਹੈ। EMPLOYEES ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ ਨੇ ਵਿੱਤੀ ਸਾਲ 2021-22 ਦੇ ਲਈ ਵਿਆਜ ਦਰਾਂ ਦੇ ਵਿੱਚ ਕਟੌਤੀ ਦਾ ਫੈਸਲਾ ਲਿਆ ਹੈ, ਯਾਨੀ ਕਿ ਹੁਣ ਪੀਐਫ ਅਕਾਊਂਟ ਦੇ ਵਿੱਚ ਜਮ੍ਹਾਂ ਰਾਸ਼ੀ ਤੇ 8.5% ਵਿਆਜ ਦੀ ਬਜਾਏ 8.1% ਵਿਆਜ ਦਰ ਮਿਲੇਗੀ। ਇਹ ਦਰ ਪਿਛਲੇ ਕਰੀਬ 40 ਸਾਲਾਂ ਵਿੱਚ ਸਭ ਤੋਂ ਘੱਟ ਦਰ ਹੈ। 1977-78 ਦੇ ਵਿੱਚ ਈਪੀਐਫਓ ਨੇ 8% ਵਿਆਜ ਦਿੱਤਾ ਸੀ। ਉਸ ਤੋਂ ਬਾਅਦ ਇਹ 8.25% ਜਾਂ ਉਸ ਤੋਂ ਵੱਧ ਰਹੀ ਹੈ। ਪਿਛਲੇ ਦੋ ਫਾਈਨੈਂਸ਼ੀਅਲ ਸਾਲਾਂ 2019-20 ਤੇ 2020-21 ਦੀ ਗੱਲ ਕਰੀਏ ਤਾਂ ਵਿਆਜ ਦਰ 8.50 ਰਹੀ ਹੈ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਈਪੀਐਫ ਤੇ ਕਿੰਨਾ ਵਿਆਜ ਮਿਲੇਗਾ। 1952 ਦੇ ਵਿੱਚ ਪੀਐਫ ਤੇ 3% ਵਿਆਜ ਦਰ ਦਿੱਤੇ ਜਾਣ ਦੀ ਸ਼ੁਰੂਆਤ ਹੋਈ ਸੀ। ਹਾਲਾਂਕਿ ਉਸ ਤੋਂ ਬਾਅਦ ਇਸ ਦੇ ਵਿੱਚ बढ़त ਹੋਈ। ਪਹਿਲੀ ਵਾਰ 1972 ਦੇ ਵਿੱਚ 6% ਦੇ ਉੱਪਰ ਪਹੁੰਚੀ ਸੀ। 1984 ਦੇ ਵਿੱਚ ਪਹਿਲੀ ਵਾਰ 10% ਤੋਂ ਉੱਪਰ ਪਹੁੰਚੀ। ਪੀਐਫ ਗਾਹਕਾਂ ਦੇ ਲਈ ਸਭ ਤੋਂ ਵਧੀਆ ਸਮਾਂ 1999 ਤੋਂ 1999 ਤੱਕ ਦਾ ਰਿਹਾ। ਇਸ ਦੌਰਾਨ ਪੀਐਫ ਤੇ 12% ਵਿਆਜ ਮਿਲਦਾ ਸੀ। ਇਸ ਤੋਂ ਬਾਅਦ ਵਿਆਜ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। 1999 ਤੋਂ ਬਾਅਦ ਵਿਆਜ ਦਰ ਕਦੇ ਵੀ 10% ਦੇ ਕਰੀਬ ਨਹੀਂ ਪਹੁੰਚੀ। ਹੁਣ ਤੱਕ ਸਭ ਤੋਂ ਵੱਧ ਵਿਆਜ ਦਰ ਜਿਹੜੀ 12% ਰਹੀ ਹੈ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਪੀਐਫ ਤੇ ਕਿੰਨਾ ਵਿਆਜ ਘੱਟ ਮਿਲੇਗਾ। ਈਪੀਐਫਓ ਐਕਟ ਦੇ ਤਹਿਤ ਕਰਮਚਾਰੀ ਨੂੰ ਬੇਸਿਕ ਸੈਲਰੀ ਪਲੱਸ ਡੀਏ ਦਾ 12% ਪੀਐਫ ਅਕਾਊਂਟ ਦੇ ਵਿੱਚ ਜਾਂਦਾ ਹੈ,
ਤਾਂ ਉੱਥੇ ਕੰਪਨੀ ਕਰਮਚਾਰੀ ਦੀ ਬੇਸਿਕ ਸੈਲਰੀ ਪਲੱਸ ਡੀਏ ਦਾ 12% ਕੰਟਰੀਬਿਊਟ ਕਰਦੀ ਹੈ। ਕੰਪਨੀ ਨੇ 12% ਕੰਟਰੀਬਿਊਸ਼ਨ ਦੇ ਵਿੱਚੋਂ ਹੀ 3.67% ਕਰਮਚਾਰੀ ਦੇ ਪੀਐਫ ਅਕਾਊਂਟ ਦੇ ਵਿੱਚ ਜਾਂਦਾ ਹੈ ਤੇ ਬਾਕੀ 8.33% ਕਰਮਚਾਰੀ ਪੈਨਸ਼ਨ ਸਕੀਮ ਦੇ ਅਧੀਨ ਆਉਂਦਾ ਹੈ। ਅਜਿਹੇ ਦੇ ਵਿੱਚ ਮੰਨ ਲਓ ਕਿ ਤੁਹਾਡੇ ਪੀਐਫ ਅਕਾਊਂਟ ਦੇ ਵਿੱਚ 31 ਮਾਰਚ 2022 ਤੱਕ ਵਿੱਤੀ ਸਾਲ 2022-23 ਦੇ ਲਈ ਓਪਨਿੰਗ ਬੈਲੈਂਸ ਕੁੱਲ 5 ਲੱਖ ਰੁਪਏ ਜਮ੍ਹਾਂ ਨੇ, ਤਾਂ ਅਜਿਹੇ ਦੇ ਵਿੱਚ ਜੇਕਰ 8.5% ਦੀ ਵਿਆਜ ਦਰ ਮਿਲਦੀ ਹੈ ਤਾਂ ਤੁਹਾਨੂੰ 5 ਲੱਖ ਤੇ 42,500 ਰੁਪਏ ਵਿਆਜ ਦੇ ਰੂਪ ਦੇ ਵਿੱਚ ਮਿਲਦੇ ਨੇ। ਪਰ ਜੇਕਰ ਵਿਆਜ ਦਰ ਘਟ ਕੇ 8.10 ਕਰਨ ਦੇ ਬਾਵਜੂਦ ਵਿਆਜ ਦਰ ਘਟਾ ਦਿੱਤੀ ਜਾਂਦੀ ਹੈ ਤਾਂ ਤੁਹਾਨੂੰ 40,500 ਰੁਪਏ ਵਿਆਜ ਦਰ ਮਿਲੇਗਾ। ਹਾਲਾਂਕਿ ਇਹ ਸਿਰਫ ਐਗਜ਼ਾਮਪਲ ਹੈ, ਪਰ ਇਹ ਸਹੀ ਹੈ ਕਿ ਹੁਣ ਈਪੀਐਫਓ ਦੇ ਵੱਲੋਂ ਜਿਹੜੀ ਵਿਆਜ ਦਰ ਹੈ ਉਹ ਘਟਾਈ ਜਾਣੀ ਹੈ, ਭਾਵ ਤੁਹਾਨੂੰ ਵਿਆਜ ਆ ਜਿਹੜਾ ਪੀਐਫ ਤੇ ਉਹ ਘੱਟ ਮਿਲੇਗਾ।